खास मुलाकात, खास मुलाकात। चढ़ती कला टाइम टीवी देख रहे तमाम दर्शकों का खास मुलाकात प्रोग्राम विच स्वागत है। दोस्तों, असी इस प्रोग्राम विच नामवर शख्सियतां नूं तुहाडे रूबरू करते रहने आ। ਵੱਖ-ਵੱਖ ਖੇਤਰਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਾਡੇ ਸਟੂਡੀਓ 'ਚ ਆਉਂਦੀਆਂ ਨੇ ਔਰ ਆਪਣੇ ਤਜਰਬੇ ਜਿਸ ਵੀ ਖੇਤਰ ਨਾਲ ਉਹ ਜੁੜੀਆਂ ਨੇ ਸ਼ਖਸੀਅਤਾਂ ਉਹ ਤੁਹਾਡੇ ਨਾਲ ਸਾਂਝੇ ਕਰਦੀਆਂ ਨੇ। ਅੱਜ ਸਾਡੇ ਸਟੂਡੀਓ ਵਿੱਚ ਨਾਮਵਰ ਸਾਹਿਤਕਾਰ ਜਿਨ੍ਹਾਂ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਇੱਕ ਵਿਲੱਖਣ ਨਾਂ ਕਮਾਇਆ ਉਹ ਅੱਜ ਸਾਡੇ ਸਟੂਡੀਓ 'ਚ ਹਾਜ਼ਰ ਨੇ, ਜਿਨ੍ਹਾਂ ਨੇ ਯੋਗਦਾਨ ਕੀਤੀਆਂ ਨੇ ਲਗਭਗ 100 ਪੁਸਤਕਾਂ ਬਾਲ ਸਾਹਿਤ ਨਾਲ ਜੁੜੀਆਂ ਔਰ ਜਿਨ੍ਹਾਂ ਵਿੱਚੋਂ 4 ਪੁਸਤਕਾਂ ਪਾਕਿਸਤਾਨ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਨੇ ਲਾਹੌਰ ਤੋਂ। ਔਰ ਇਹ ਹੀ ਨਹੀਂ, ਉਹਨਾਂ ਨੇ ਐਸਾ ਨਾਂ ਕਮਾਇਆ ਕਿ ਸਾਹਿਤ ਅਕਾਦਮੀ ਦਿੱਲੀ ਦਾ ਜਿਹੜਾ ਪ੍ਰੈਸਟੀਜੀਅਸ ਅਵਾਰਡ ਹੁੰਦਾ ਉਹ ਉਹਨਾਂ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਉਹਨਾਂ ਨੇ 2005 ਵਿੱਚ ਹਾਸਲ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰੇ ਰਾਜਾਂ ਜਿਨ੍ਹਾਂ ਵਿੱਚ ਉੱਤਰਾਖੰਡ, ਹਰਿਆਣਾ, ਯੂਪੀ, ਰਾਜਸਥਾਨ, ਉੱਥੋਂ ਦੀਆਂ ਵੱਖ-ਵੱਖ ਜਿਹੜੀਆਂ ਸਾਹਿਤਕ ਤੇ ਗੈਰ ਸਾਹਿਤਕ ਸੰਸਥਾਵਾਂ ਨੇ ਉਹਨਾਂ ਨੇ ਇਹਨਾਂ ਨੂੰ ਇਨਾਮ ਇਕਰਾਮ ਦੇ ਕੇ ਸਨਮਾਨਿਤ ਕੀਤਾ ਹੈ। ਸੋ ਸਾਡੇ ਲਈ ਖੁਸ਼ੀ ਦਾ ਬਾਇਸ ਹੈ ਕਿ ਅੱਜ ਸਾਡੇ ਸਟੂਡੀਓ ਵਿੱਚ ਡਾਕਟਰ ਦਰਸ਼ਨ ਸਿੰਘ ਆਸ਼ਟ ਤਸ਼ਰੀਫ ਰੱਖਦੇ ਨੇ। ਸਵਾਗਤ ਕਰਦੇ ਹਾਂ ਇਹਨਾਂ ਦਾ ਡਾਕਟਰ ਸਾਹਿਬ। ਖਾਸ ਮੁਲਾਕਾਤ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਡਾਕਟਰ ਸਾਹਿਬ, ਜਿਹੜਾ ਜਦੋਂ ਪੈਦਾਇਸ਼ ਤੋਂ ਹੀ ਜੀ ਬੱਚਾ ਜਨਮ ਲੈਂਦਾ ਹੈ ਤੇ ਉਹਦੇ ਨਾਲ ਹੀ ਜੁੜਿਆ ਹੋਇਆ ਸਾਡਾ ਸਾਹਿਤ ਵੀ, ਸੰਗੀਤ ਵੀ, ਲੋਰੀਆਂ, ਇਹ ਸਭ ਕੁਝ ਸਾਡੀ ਪੰਜਾਬੀ ਭਾਸ਼ਾ ਨਾਲ ਜੁੜਿਆ ਹੋਇਆ। ਔਰ ਸ਼ੁਰੂ ਦੇ ਜਿਹੜਾ ਤੁਹਾਡਾ ਸਾਹਿਤਕ ਸਫ਼ਰ ਹੈ ਬਾਲ ਸਾਹਿਤ ਜਗਤ ਨਾਲ ਜੁੜਨ ਦਾ, ਉਹ ਕਿਸ ਤਰ੍ਹਾਂ ਦਾ ਰਿਹਾ, ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਜੀ ਪਰਵਾਨਾ ਜੀ, ਜਿੱਥੋਂ ਤੱਕ ਅਸੀਂ ਬਾਲ ਸਾਹਿਤ ਦੀ ਗੱਲ ਕਰਦੇ ਹਾਂ ਔਰ ਖ਼ਾਸ ਕਰਕੇ ਤੁਸੀਂ ਬਾਲ ਕਵਿਤਾ ਦੀ ਗੱਲ ਕੀਤੀ ਹੈ, ਸਾਡੇ ਦੁਨੀਆ ਦਾ ਜੋ ਸਾਹਿਤ ਹੈ ਉਹਦੀ ਜੋ ਸ਼ੁਰੂਆਤ ਹੈ ਉਹ ਕਵਿਤਾ ਨਾਲ ਹੀ ਹੁੰਦੀ ਹੈ। ਮਿਸਾਲ ਵਜੋਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਉਸ ਨੂੰ ਲੋਰੀਆਂ ਸੁਣਾਉਂਦੀ ਹੈ। ਸੌਂ ਜਾ ਕਾਕਾ ਤੂੰ, ਤੇਰੇ ਬੋਦੇ ਲੜ ਗਈ ਜੂੰ, ਕੱਢਣ ਵਾਲੀਆਂ ਮਾਸੀਆਂ, ਕਢਾਉਣ ਵਾਲਾ ਤੂੰ। ਇਸ ਤਰ੍ਹਾਂ ਦੀਆਂ ਲੋਰੀਆਂ ਤੋਂ ਜਿਹੜੀ ਸਾਂਝ ਹੈ, ਬੱਚੇ ਦੀ ਮੁੱਢਲੀ ਸਾਂਝ ਹੈ, ਉਹ ਬੱਚੇ ਨਾਲ ਪੈਂਦੀ ਹੈ। ਇੱਥੋਂ ਜ਼ਾਹਰ ਹੈ ਕਿ ਬੱਚੇ ਲਈ ਪਹਿਲਾ ਜਿਹੜਾ ਸਾਡਾ ਸਾਹਿਤਕ ਵੰਨਗੀ ਹੈ ਉਹ ਕਵਿਤਾ ਹੈ। ਉਹ ਗੀਤ ਦੇ ਰੂਪ ਦੇ ਵਿੱਚ ਬੱਚਾ ਉਸ ਨੂੰ ਸੁਣਦਾ ਹੈ, ਉਸ ਨੂੰ ਮਾਣਦਾ ਹੈ। ਔਰ ਹੁਣ ਦੇਖੋ ਕਿ ਜਦੋਂ ਬੱਚਾ ਥੋੜ੍ਹਾ ਜਿਹਾ ਹੋਰ ਵੱਡਾ ਹੁੰਦਾ ਹੈ ਤਾਂ ਉਹਦੀ ਜਿਹੜੀ ਸਾਂਝ ਹੈ ਉਹ ਖੇਡਾਂ ਦੇ ਨਾਲ ਸ਼ੁਰੂ ਹੁੰਦੀ ਹੈ। ਬੱਚਿਆਂ ਦੀਆਂ ਟੋਲੀਆਂ ਬਣਾ ਕੇ ਬੱਚੇ ਆਪਸ ਦੇ ਵਿੱਚ ਖੇਡਦੇ ਨੇ। ਔਰ ਇੱਕ ਵੱਡੀ ਗੱਲ ਇਹ ਹੈ ਪਰਵਾਨਾ ਜੀ ਕਿ ਜਦੋਂ ਬੱਚੇ ਆਪਸ ਵਿੱਚ ਖੇਡ ਰਹੇ ਹੁੰਦੇ ਨੇ ਤਾਂ ਛੋਟੇ ਛੋਟੇ ਗੀਤ ਨੇ ਜਿਹੜੇ ਉਹ ਵੀ ਖੁਦ ਸਿਰਜ ਲੈਂਦੇ ਨੇ, ਆਪਣੇ ਆਪ ਉਹ ਘੜ ਲੈਂਦੇ ਨੇ। ਜਿਵੇਂ ਹਰਾ ਸਮੁੰਦਰ, ਬੋਲ ਮੇਰੀ ਮੱਛਲੀ, ਕਿੰਨਾ ਕਿੰਨਾ ਪਾਣੀ, ਜਾਂ ਅੱਲੜ ਬੱਲੜ ਬਾਵੇ ਦਾ ਬਾਬਾ ਕਣਕ ਲਿਆਵੇਗਾ। ਔਰ ਇਸ ਤਰ੍ਹਾਂ ਦੀਆਂ, ਜਾਂ ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ। ਇਹ ਉਹ ਗੀਤ ਨੇ ਜਿਹੜੇ ਬੱਚਿਆਂ ਨੇ ਖੁਦ ਘੜੇ ਨੇ। ਔਰ ਜਦੋਂ ਬੱਚੇ ਖੇਡਦੇ ਖੇਡਦੇ ਇਹਨਾਂ ਗੀਤਾਂ ਦਾ ਆਨੰਦ ਮਾਣਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਸਾਨੂੰ ਜਿਵੇਂ ਕੁਦਰਤੀ ਵੀ ਉਹਨਾਂ ਦਾ ਨਜ਼ਾਰਾ ਜਿਹੜਾ ਬੱਚਿਆਂ ਦੇ ਖੇਡਦਿਆਂ ਦਾ ਉਹ ਤੱਕਰੀ ਹੋਵੇ। ਔਰ ਦੁਨੀਆ ਦੇ ਵਿੱਚ ਅਸੀਂ ਦੇਖੀਏ ਕਿ ਕਿਸੇ ਵੀ ਜਦੋਂ ਸਾਹਿਤ ਦੀ ਸ਼ੁਰੂਆਤ ਹੋਈ ਔਰ ਉਹਦੀ ਸ਼ੁਰੂਆਤ ਜਿਹੜੀ ਕਵਿਤਾ ਤੋਂ ਹੀ ਹੋਈ। ਔਰ ਬੱਚਿਆਂ ਨੂੰ ਕਿਹੜੇ ਗੀਤ ਨੇ ਜਿਹੜੇ ਉਹ ਪਸੰਦ ਨੇ? ਛੋਟੇ ਛੋਟੇ ਗੀਤ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਤੋਤਲੀਆਂ ਗੱਲਾਂ ਨੇ, ਉਹਨਾਂ ਦੀਆਂ ਆਪਣੀਆਂ ਤੋਤਲੀਆਂ ਭਾਵਨਾਵਾਂ ਨੇ। ਹੁਣ ਸਾਡੇ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਸਾਡੇ ਸਾਹਿਤਕਾਰ ਹੋਏ ਨੇ, ਵੱਡੇ ਵੱਡੇ ਸਾਹਿਤਕਾਰ ਹੋਏ ਨੇ, ਉਹਨਾਂ ਨੇ ਵੀ ਬੱਚਿਆਂ ਲਈ ਆਪਣੀਆਂ ਕਵਿਤਾਵਾਂ ਤੋਂ ਹੀ ਸ਼ੁਰੂਆਤ ਕੀਤੀ। ਮੈਂ ਮਿਸਾਲ ਦੇਵਾਂਗਾ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਕਿ ਜਦੋਂ ਬੱਚਿਆਂ ਲਈ ਉਹਨਾਂ ਨੇ ਸ਼ੁਰੂ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਇੱਕ ਗੀਤ ਲਿਖਿਆ ਬੱਚਿਆਂ ਵਾਸਤੇ ਛੋਟਾ ਜਿਹਾ ਕਿ ਨਿੱਕਾ ਜਿਹਾ ਇੱਕ ਮੁੰਨਾ ਸੀ, ਬੜਾ ਹੀ ਬੀਬਾ ਮੁੰਨਾ ਸੀ। ਇੱਕ ਦਿਨ ਉਹਨੇ ਆਪੇ ਆਪੇ ਝੱਗਾ ਪਾਇਆ, ਨਿੱਕਰ ਪਾਈ, ਨਾਲੇ ਪਾਈਆਂ ਜੁਰਾਬਾਂ। ਝੱਗਾ ਵੀ ਉਹਨੇ ਸਿੱਧਾ ਪਾਇਆ, ਨਿੱਕਰ ਵੀ ਉਹਨੇ ਸਿੱਧੀ ਪਾਈ, ਜੁਰਾਬਾਂ ਪਾ ਲੀਆਂ ਪੁੱਠੀਆਂ। ਇਹ ਕੀ ਕੀਤਾ ਈ ਮੁੰਨੇ ਕੁੜੁੰਨੇ? ਬੀਬੀ ਉਹਨੂੰ ਪੁੱਛਿਆ, ਪਿਆਰਾ ਪਿਆਰਾ ਮੂੰਹ ਬਣਾ ਕੇ ਬੀਬੀ ਨੂੰ ਉਸ ਦੱਸਿਆ, ਬੀਬੀ ਬੀਬੀ ਦਲ ਤੇ ਛੁਣ ਲੈ, ਹੋਲਤੀ ਮੈਂ ਤਲਦਾ, ਛਿੱਦੇ ਪਾਛਿਓਂ ਪਾਤ ਗਈਆਂ ਛੀ, ਪੁੱਥੀਆਂ ਫੇਲ ਨਾ ਪਾਉਂਦਾ। ਇਹ ਬੱਚੇ ਦੀ ਭਾਵਨਾ ਹੈ ਕਿ ਬੱਚਾ ਕੰਮ ਕਰ ਰਿਹਾ ਹੈ, ਭਾਵੇਂ ਉਹ ਸਿੱਧਾ ਕੰਮ ਕਰ ਰਿਹਾ ਹੈ ਜਾਂ ਜਿਸ ਤਰ੍ਹਾਂ ਕਰ ਰਿਹਾ ਕਿ ਉਹ ਬੱਚਾ ਕੰਮ ਕਰਨ ਦੀ ਜਿਹੜੀ ਭਾਵਨਾ ਹੈ
ਉਹ ਆਪਣੇ ਵੱਲੋਂ ਦਰਸਾ ਰਿਹਾ ਹੈ। ਔਰ ਉਹ ਗੀਤ ਜਿਨ੍ਹਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਲਵਲੇ ਨੇ, ਜਿਨ੍ਹਾਂ ਦੇ ਵਿੱਚੋਂ ਸਾਡੇ ਬੱਚਿਆਂ ਦੀਆਂ ਜਿਹੜੀਆਂ ਰੁਚੀਆਂ ਨੇ ਉਹ ਪੈਦਾ ਹੁੰਦੀਆਂ ਨੇ, ਔਰ ਉਹਦੇ ਵਿੱਚੋਂ ਬੱਚਿਆਂ ਨੂੰ ਇੱਕ ਅਨੋਖਾ ਆਨੰਦ ਹੈ ਜਿਹੜਾ ਕਵਿਤਾ ਦੇ ਵਿੱਚੋਂ ਉਹ ਪੈਦਾ ਹੁੰਦਾ ਹੈ। ਔਰ ਜਦੋਂ ਬੱਚੇ ਗਾਉਂਦੇ ਨੇ, ਖੇਡਦੇ ਨੇ ਔਰ ਆਪਣੇ ਲੇਖਕਾਂ ਦਾ ਜਿਹੜਾ ਗੀਤ ਪੜ੍ਹਦੇ ਨੇ ਤਾਂ ਉਹ ਇੱਕ ਵੱਖਰੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਉਹ ਮੈਂ ਸਮਝਦਾ ਹਾਂ ਚਲੇ ਜਾਂਦੇ ਨੇ। ਔਰ ਜਦੋਂ ਬੱਚੇ ਗਾਉਂਦੇ ਨੇ, ਗੁਣਗੁਣਾਉਂਦੇ ਨੇ ਤਾਂ ਸਾਨੂੰ ਲੱਗਦਾ ਹੈ ਕਿ ਕੁਦਰਤ ਹੈ ਜਿਹੜੀ ਉਹ ਖਿੜਖੜਾ ਕੇ ਹੱਸ ਰਹੀ ਹੈ। ਤਮਾਮ ਜਿਹੜਾ ਸਾਡਾ ਸਮਾਜ ਹੈ ਉਹ ਬੱਚਿਆਂ ਦੀਆਂ ਖੇਡਾਂ 'ਚੋਂ, ਬੱਚਿਆਂ ਦੇ ਗੀਤਾਂ 'ਚੋਂ ਆਨੰਦ ਲੈ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਵੱਖਰੀ ਦੁਨੀਆ ਦੀ ਗੱਲ ਕੀਤੀ ਹੈ ਤੇ ਮੈਂ ਵੀ ਥੋੜਾ ਜਿਹਾ ਉਸ ਦੁਨੀਆ, ਬਚਪਨ ਵਾਲੇ ਦੁਨੀਆ 'ਚ ਮੈਂ ਪਹੁੰਚ ਗਿਆ ਸੀ ਔਰ ਗੱਲਬਾਤ ਦਾ ਅਸੀਂ ਸਿਲਸਿਲਾ ਜਾਰੀ ਰੱਖਾਂਗੇ। ਪਿਆਰੇ ਦਰਸ਼ਕੋ, ਦਰਸ਼ਨ ਸਿੰਘ ਆਸ਼ਟੋਰਾਂ ਦੀ ਬਹੁਤ ਇੱਕ ਚਰਚਿਤ ਕਵਿਤਾ ਹੈ ਚਿੜੀਆਂ, ਬਹੁਤ ਹੀ ਮਕਬੂਲ ਵੀ ਉਹ ਹੋਈ ਔਰ ਬਹੁਤ ਹੀ ਇੱਕ ਨਸੀਹਤ ਦੇਣ ਵਾਲੀ ਉਹ ਕਵਿਤਾ ਹੈ। ਆਪਾਂ ਸੁਣਾਂਗੇ ਉਹ ਕਵਿਤਾ ਸਾਰੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Watch our program Healthy Life every Sunday at 3 p.m. and repeat on Thursday at 2:30 p.m. only on Chardi Kala Time TV. Healthy life. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ। ਦਰਸ਼ਨ ਜੀ, ਤੁਹਾਡੀ ਕਵਿਤਾ ਬੜੀ ਉਹ ਮਕਬੂਲ ਹੋਈ ਹੈ, ਸਾਰੇ ਜਾਣਦੇ ਨੇ ਤੇ ਇੱਕ ਵਾਰ ਅਸੀਂ ਫਿਰ ਦਰਸ਼ਕਾਂ ਦੇ ਰੂਬਰੂ ਉਹ ਤੁਹਾਡੀ ਜਿਹੜੀ ਚਿੜੀਆਂ ਜੀ ਕਵਿਤਾ ਹੈ ਉਹ ਸਾਡੇ ਦਰਸ਼ਕਾਂ ਦੇ ਸਨਮੁਖ ਰੱਖੋ। ਜੀ ਪਰਵਾਨਾ ਜੀ, ਜਦੋਂ ਮੈਂ ਸ਼ੁਰੂਆਤ ਕੀਤੀ ਸੀ ਬੱਚਿਆਂ ਲਈ, ਉਹ ਮੈਂ ਆਪਣੀ ਸ਼ੁਰੂਆਤ ਕਵਿਤਾ ਤੋਂ ਹੀ ਕੀਤੀ ਸੀ। ਲੇਕਿਨ ਮੈਂ ਪਿਛਲੇ ਕੁਝ ਅਰਸੇ ਤੋਂ ਇਹ ਮਹਿਸੂਸ ਕਰ ਰਿਹਾ ਸੀ ਕਿ ਬੱਚਿਆਂ ਲਈ ਸਾਡੇ ਆਪਣੇ ਮੁਲਕ ਦੇ ਵਿੱਚ ਸਾਡੇ ਕੋਲ ਉਹ ਪੰਛੀ ਨੇ ਜਿਹੜੇ ਉਹ ਅਲੋਪ ਹੁੰਦੇ ਜਾ ਰਹੇ ਨੇ, ਜਿਨ੍ਹਾਂ ਨੂੰ ਅਸੀਂ ਬਹੁਤ ਨੇੜਿਓਂ ਤੱਕਿਆ, ਜਿਹੜੇ ਸਾਡੇ ਘਰਾਂ ਦੇ ਵਿੱਚ ਇੱਕ ਮੈਂਬਰ ਦੇ ਤੌਰ ਤੇ ਹਮੇਸ਼ਾ ਵਿਚਰਦੇ ਰਹਿੰਦੇ ਸੀ। ਤੋ ਉਸ ਤਰ੍ਹਾਂ ਦਾ ਇੱਕ ਪੰਛੀ ਹੈ ਸਾਡਾ ਚਿੜੀ, ਜਿਹੜਾ ਕਿ ਸਾਡੇ ਕੋਲੋਂ ਅੱਜ ਮੈਂ ਸਮਝਦਾ ਕਿ ਰੁੱਸ ਕੇ ਸਮਝ ਲਓ ਕਿ ਸਾਡੇ ਕੋਲੋਂ ਉਹ ਕਿਧਰੇ ਦੂਰ ਜਾ ਚੁੱਕਿਆ ਹੈ। ਪੰਛੀ ਦੀ ਚਹਿਚਹਾਟ ਗਵਾ ਚੁੱਕੀ ਹੈ। ਤੋ ਚਿੜੀ ਬਾਰੇ ਜੋ ਗੀਤ ਹੈ ਉਹ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤਰਨਮ ਦੇ ਵਿੱਚ ਆਪਣੇ ਦਰਸ਼ਕਾਂ ਦੇ ਲਈ ਮੈਂ ਉਸ ਨੂੰ ਪੇਸ਼ ਕਰਾਂ। ਸਭ ਤਰਨਮ 'ਚ ਹੀ ਵਧੀਆ ਰਹੇਗਾ ਜੀ। ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ, ਦਿਸਦੀ ਨਾ ਹੁਣ ਸਾਡੇ ਨੇੜੇ ਤੇੜੇ ਨੀ, ਸੁੰਨੀਆਂ ਘਰ ਦੀਆਂ ਛੱਤਾਂ ਸੁੰਨੇ ਵੇੜੇ ਨੀ, ਫਾ ਕੇ ਲੈ ਗਿਆ ਕੌਣ ਸ਼ਿਕਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਨੰਨੇ ਬੋਟਾਂ ਦੇ ਮੂੰਹ ਚੋਗਾ ਪਾਉਂਦੀ ਸੈਂ, ਮੀਂਹ ਮੰਗਣ ਲਈ ਮਿੱਟੀ ਦੇ ਵਿੱਚ ਨਹਾਉਂਦੀ ਸੈਂ, ਕਿਹੜੀ ਪੈ ਗਈ ਬਿਪਤਾ ਭਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਆਲਣਾ ਵੀ ਛੱਤਾਂ ਵਿੱਚ ਬਣਾਉਂਦੀ ਸੈਂ, ਸੁਬਾ ਬਨੇਰੇ ਬਹਿ ਕੇ ਰੌਣਕ ਲਾਉਂਦੀ ਸੈਂ, ਕਰੇ ਉਡੀਕਾਂ ਡੇਕ ਵਿਚਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਪੰਜਿਆਂ ਦੇ ਵਿੱਚ ਲੈ ਗਿਆ ਤੈਨੂੰ ਬਾਜ਼ ਕੋਈ, ਜਾਂ ਫਿਰ ਕਾਂ ਦੇ ਨਾਲ ਕੋਈ ਤਕਰਾਰ ਹੋਈ,
ਜਾਂ ਫਿਰ ਡੁੱਲ ਗਈ ਖਿਚੜੀ ਸਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ। ਮੋਬਾਈਲਾਂ ਦੇ ਉੱਚੇ ਉੱਚੇ ਟਾਵਰ ਨੀ ਤੇਰੇ ਲਈ ਨੇ ਬਣ ਕੇ ਆਏ ਜ਼ਾਬਰ ਨੀ, ਜ਼ਹਿਰ ਤਰੰਗਾਂ ਨੇ ਤੂੰ ਮਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ। ਆ ਨੀ ਚਿੜੀਏ ਕਿਧਰੋਂ ਉੱਡ ਕੇ ਆ ਜਾ ਤੂੰ, ਤਰਸ ਗਏ ਨੇ ਬੱਚੇ ਮਨ ਪਰਚਾ ਜਾ ਤੂੰ। ਮਾਂ ਨੇ ਚੂਰੀ ਕੁੱਟ ਖਿਲਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ। ਵਾਹ ਵਾਹ, ਕਮਾਲ ਕਰਦੇ ਦਰਸ਼ਨ ਜੀ, ਅਨਬਲੀਵੇਬਲ। ਇਹ ਜਿਹੜੀ ਕਵਿਤਾ ਹੈ ਤੁਸੀਂ ਜਿਹੜੀ ਤਰੰਨੁਮ ਚ ਸੁਣਾਈ ਹੈ ਬਈ, ਬਸ ਸ਼ਬਦ ਨਹੀਂ। ਮਿਹਰਬਾਨੀ ਪਰਵਾਨਾ ਜੀ, ਮੇਰੇ ਕੋਲ ਸ਼ਬਦ ਨਹੀਂ ਹੈ ਦਰਸ਼ਨ ਜੀ। ਕਿਉਂਕਿ ਬੱਚੇ ਜਿਹੜੇ ਨੇ ਨਾ ਜੀ, ਉਹ ਕਾਰਟੂਨਾਂ ਨਾਲ ਬੜੇ ਜੁੜੇ ਹੋਏ ਨੇ ਜੀ, ਅਤੇ ਉਹ ਜਿਹੜੇ ਕਾਰਟੂਨਾਂ ਰਾਹੀਂ ਕੋਈ ਸੰਦੇਸ਼ ਵੀ ਜਾਂਦਾ ਹੈ ਤੇ ਉਹ ਬੱਚੇ ਬੜੀ ਛੇਤੀ ਗ੍ਰਹਿਣ ਕਰਦੇ ਨੇ। ਔਰ ਤੁਹਾਡਾ ਜਿਹੜਾ ਯੋਗਦਾਨ ਹੈ ਉਹ ਕਾਰਟੂਨ ਦੇ ਮਾਮਲੇ ਵਿੱਚ ਹੀ ਬਹੁਤ, ਮੈਂ ਦੇਖ ਰਿਹਾ ਸੀ ਇੱਕ ਪੁਸਤਕ ਤੁਹਾਡੀ, ਉਹ ਪੂਰੇ ਕਾਰਟੂਨ ਦੇ ਨਾਲ ਤੁਸੀਂ ਸੰਦੇਸ਼ ਦਿੱਤਾ ਹੋਇਆ। ਔਰ ਕਿਵੇਂ ਅਤੀਤ ਦੇ ਜਿਹੜੇ ਕਾਰਟੂਨ ਨੇ ਬੜੇ ਪਪੂਲਰ ਰਹੇ ਨੇ, ਉਹਨਾਂ ਨੂੰ ਕਿਵੇਂ ਤੁਸੀਂ ਆਧੁਨਿਕਤਾ ਦਾ ਜਾਮਾ ਪਹਿਨਾਇਆ ਹੈ, ਉਸੇ ਤਰ੍ਹਾਂ ਸੰਦੇਸ਼ ਦਿੱਤਾ ਹੈ, ਉਹ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਵੀ ਕੋਈ ਸੰਦੇਸ਼ ਕਾਰਟੂਨ ਰਾਹੀਂ ਦਿੱਤਾ ਜਾ ਸਕਦਾ? ਜੀ ਪਰਵਾਨਾ ਜੀ, ਬੜਾ ਅੱਛਾ ਸਵਾਲ ਹੈ ਤੁਹਾਡਾ ਇਹ। ਮੈਂ ਸਮਝਦਾ ਕਿ ਜਿਹੜੇ ਸਾਡੇ ਕਾਰਟੂਨ ਨੇ ਉਹ ਵੀ ਸਾਡੇ ਬੱਚਿਆਂ ਦੇ ਸਾਹਿਤ ਦਾ ਇੱਕ ਬੜਾ ਵੱਡਾ ਹਿੱਸਾ ਨੇ। ਬਹੁਤ ਵੱਡਾ ਰੋਲ ਹੈ ਕਾਰਟੂਨਾਂ ਦਾ ਕਿਸੇ ਵੀ ਦੇਸ਼ ਦੇ ਬਾਲ ਸਾਹਿਤ ਨੂੰ ਅੱਗੇ ਲਿਜਾਣ ਦੇ ਵਿੱਚ, ਉਹਦੀ ਤਰੱਕੀ ਦੇ ਵਿੱਚ। ਔਰ ਜਦੋਂ ਮੈਂ ਦੇਖਿਆ ਕਿ ਜਿਹੜੇ ਸਾਡੇ ਬੱਚੇ ਨੇ ਕਹਾਣੀਆਂ ਪੜ੍ਹਨ ਦੇ ਨਾਲ ਨਾਲ, ਕਵਿਤਾ ਪੜ੍ਹਨ ਦੇ ਨਾਲ ਨਾਲ, ਉਹਨਾਂ ਦੀ ਖਾਸ ਦਿਲਚਸਪੀ ਹੈ ਜਿਹੜੀ ਉਹ ਕਾਰਟੂਨਾਂ ਨੂੰ ਦੇਖਣ ਦੇ ਵਿੱਚ ਔਰ ਉਹਨਾਂ ਦਾ ਆਨੰਦ ਮਾਣਨ ਦੇ ਵਿੱਚ ਖਾਸ ਦਿਲਚਸਪੀ ਰਹੀ ਹੈ। ਮੈਂ ਫਿਰ ਕਾਰਟੂਨਾਂ ਸੰਬੰਧੀ ਕਈ ਪੁਸਤਕਾਂ ਪੜ੍ਹੀਆਂ ਔਰ ਉਹਨਾਂ ਦੇ ਵਿੱਚ ਮੈਂ ਦੇਖਿਆ ਸਾਡੇ ਕੋਲ ਸੁਪਰਮੈਨ ਹੈ, ਜਾਂ ਸਾਡੇ ਕੋਲ ਅਸੀਂ ਗੱਲ ਕਰੀਏ ਕਿ ਹੈਰੀ ਪੋਟਰ ਹੈ, ਸਾਡੇ ਕੋਲ ਸਪਾਈਡਰਮੈਨ ਹੈ, ਸਾਡੇ ਕੋਲ ਐਸਟਰੋ ਬॉय ਹੈ, ਜਾਂ ਸਾਡੇ ਕੋਲ ਸਕੂਬੀ ਡੂ ਹੈ, ਜਾਂ ਇਸ ਤਰ੍ਹਾਂ ਦੇ ਸਾਡੇ ਕੋਲ ਮੈਂਡਰਿਕ ਹੈ, ਜਾਂ ਸਾਡੇ ਕੋਲ ਇਸ ਤਰ੍ਹਾਂ ਦੀ ਸਪਾਈਡਰ ਗਰਲ ਹੈ। ਇਹ ਸਾਡੇ ਉਹ ਕਰੈਕਟਰ ਨੇ ਜਿਨ੍ਹਾਂ ਦੇ ਕਾਰਜ ਬੜੇ ਅਨੋਖੇ ਨੇ। ਔਰ ਜਦੋਂ ਇਹ ਬੜੇ ਰੋਮਾਂਚਿਕ ਕਿਸਮ ਦੇ ਕਾਰਜ ਕਰਦੇ ਨੇ, ਕੰਮ ਕਰਦੇ ਨੇ, ਕੋਈ ਅਸਮਾਨ ਦੇ ਵਿੱਚ ਉੱਡ ਰਿਹਾ ਹੈ, ਕੋਈ ਕਾਰ ਨੂੰ ਹਵਾ ਦੇ ਵਿੱਚ ਭਜਾ ਰਿਹਾ ਹੈ, ਔਰ ਜਦੋਂ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਤਾਂ ਬੱਚਿਆਂ ਦੀ ਜਿਹੜੀ ਉਤੇਜਨਾ ਹੈ, ਜੋ ਉਹਨਾਂ ਦੀ ਜਿਗਿਆਸਾ ਹੈ, ਉਹ ਦੇਖਣ ਵਾਲੀ ਹੁੰਦੀ ਹੈ ਕਿ ਉਹ ਕਿਵੇਂ ਆਪਣੇ ਆਪ ਨੂੰ ਇਹਨਾਂ ਕਾਰਟੂਨਾਂ ਦੇ ਨਾਲ ਇੱਕ ਕਰਕੇ ਉਹ ਇੱਕ ਵੱਖਰਾ ਹੀ ਆਨੰਦ ਹੈ ਜਿਹੜਾ ਇਹਨਾਂ ਕਾਰਟੂਨਾਂ ਦੇ ਵਿੱਚ ਉਹ ਪ੍ਰਾਪਤ ਕਰਦੇ ਰਹਿੰਦੇ ਨੇ। ਪਰ ਮੈਂ ਦੇਖਿਆ ਦੂਜੇ ਪਾਸੇ ਇਹਨਾਂ ਕਾਰਟੂਨਾਂ ਦੇ ਇੱਕ ਨੈਗੇਟਿਵ ਪੁਆਇੰਟ ਇਹ ਵੀ ਹੈ ਕਿ ਕਈ ਵਾਰ ਬੱਚੇ ਉਹਨਾਂ ਕਾਰਟੂਨਾਂ ਦੀ ਨਕਲ ਕਰਦੇ ਹੋਏ, ਉਹਨਾਂ ਦੀ ਰੀਸ ਕਰਦੇ ਹੋਏ ਕਈ ਵਾਰ ਇਸ ਤਰ੍ਹਾਂ ਦੇ ਕੰਮ ਕਰਕੇ ਤੇ ਬੈਠ ਸਕਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਰੀਰਕ ਨੁਕਸਾਨ ਵੀ ਹੁੰਦਾ ਹੈ। ਮਿਸਾਲ ਦੇ ਤੌਰ ਤੇ ਪਰਵਾਨਾ ਜੀ, ਜਿਵੇਂ ਹੁਣ ਤੁਸੀਂ ਆਪਣਾ ਕਾਰਟੂਨਾਂ ਦੀ ਗੱਲ ਕੀਤੀ ਹੈ, ਮੈਂ ਪੁਸਤਕ ਲਿਖੀ ਬੱਚਿਆਂ ਦੇ ਮਨ ਭਾਉਂਦੇ ਕਾਰਟੂਨ, ਔਰ ਇਹ ਜਿਹੜੀ ਬੱਚਿਆਂ ਦੇ ਮਨ ਭਾਉਂਦੇ ਕਾਰਟੂਨ ਤੇ ਇਸ ਤੋਂ ਇਲਾਵਾ ਇੱਕ ਮੈਂ ਹੋਰ ਪੁਸਤਕ ਲਿਖੀ ਬੱਚਿਆਂ ਦੇ ਕਾਰਟੂਨ। ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਸਾਡੇ ਬੱਚਿਆਂ ਨੂੰ ਮੋਟੂ ਪਤਲੂ ਜਿਹੜਾ ਕਾਰਟੂਨ ਹੈ ਉਹ ਖਾਸ ਕਰਕੇ ਬੜਾ ਪਸੰਦ ਹੈ। ਔਰ ਇਹਨਾਂ ਦੇ ਵਿੱਚ ਇੱਕ ਹੋਰ ਸਾਡੇ ਕੋਲੇ ਕਾਰਟੂਨ ਹੈ ਜਿਹਦਾ ਨਾਮ ਹੈ ਚਾਚਾ ਚੌਧਰੀ। ਹਾਂ, ਮੈਂ ਕਹਿਣ ਲੱਗਾ ਸੀ। ਜੀ। ਔਰ ਚਾਚਾ ਚੌਧਰੀ ਜਾਂ ਮੋਟੂ ਪਤਲੂ ਬੱਚਿਆਂ ਨੂੰ ਇੰਨੇ ਪਸੰਦ ਨੇ। ਇੱਕ ਪਾਸੇ ਸਾਨੂੰ ਕਾਰਟੂਨ ਸਾਡੇ ਬੱਚਿਆਂ ਨੂੰ ਚੰਗੀ ਸੇਧ ਵੀ ਦਿੰਦੇ ਨੇ, ਉਹਨਾਂ ਦੇ ਅੰਦਰ ਚੰਗਾ ਜਜ਼ਬਾ ਵੀ ਪੈਦਾ ਕਰਦੇ ਨੇ, ਲੇਕਿਨ ਜਿਹੜੇ ਸਾਡੇ ਕੁਝ ਭੈੜੇ ਕਰੈਕਟਰ ਨੇ ਕਾਰਟੂਨਾਂ ਦੇ ਰੂਪ ਦੇ ਵਿੱਚ, ਉਹ ਸਾਡੇ ਬੱਚਿਆਂ ਲਈ ਹਿੱਤ ਦੇ ਵਿੱਚ ਨਹੀਂ ਹਨ। ਔਰ ਸਾਡੇ ਬੱਚਿਆਂ ਨੂੰ ਉਹਨਾਂ ਦੀ ਥਾਂ ਤੇ ਇਸ ਤਰ੍ਹਾਂ ਦੇ ਜਿਹੜੇ ਕਾਰਟੂਨ ਨੇ ਉਹਨਾਂ ਨੂੰ ਸਿਰਫ ਪੜ੍ਹਨਾ ਚਾਹੀਦਾ, ਦੇਖਣਾ ਚਾਹੀਦਾ, ਜਿਹੜੇ ਬੱਚਿਆਂ ਦਾ ਮਾਨਸਿਕ ਵਿਕਾਸ ਕਰਨ ਔਰ ਉਹਨਾਂ ਨੂੰ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦੇਣ। ਸਾਡੇ ਆਪਣੇ ਪੰਜਾਬ ਦੇ ਵਿੱਚ ਬੜੇ ਅੱਛੇ, ਮੈਂ ਸਮਝਦਾ ਕਿ ਉਹਨਾਂ ਦਾ ਫਿਲਮਾਂਕਣ ਕੀਤਾ ਜਾ ਸਕਦਾ ਹੈ। ਜਿਵੇਂ ਅਸੀਂ ਕਹੀਏ ਕਿ ਸਾਡੇ ਆਪਣੇ ਦੇਸ਼ ਭਗਤ ਹੋਏ ਨੇ, ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਫਿਲਮਾਂਕਣ ਕਰਕੇ ਉਹਨਾਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਇਸ ਤਰ੍ਹਾਂ ਦੇ ਕਾਰਟੂਨ ਨੇ ਔਰ ਉਹਨਾਂ ਦੇ ਜਿਹੜੇ ਚੰਗੇ ਪੱਖ ਨੇ ਉਹ ਸਾਡੇ ਸਾਹਮਣੇ ਆਉਣੇ ਚਾਹੀਦੇ ਨੇ। ਔਰ ਜਦੋਂ ਬੱਚੇ ਇਸ ਤਰ੍ਹਾਂ ਦੇ ਕਾਰਟੂਨਾਂ ਦੇ ਨਾਲ ਜੁੜਨਗੇ ਤਾਂ ਨਿਸ਼ਚੈ ਹੀ
ਉਹ ਆਪਣੇ ਆਪ ਦੇ ਵਿੱਚ ਚੰਗੀਆਂ ਗੱਲਾਂ ਨੇ ਜਿਹੜੀਆਂ ਉਹ ਗ੍ਰਹਿਣ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਖੁਦ ਵੀ ਚਿੱਤਰਕਲਾ ਹੈ ਜਿਹੜੀ, ਕਿਉਂਕਿ ਕਾਰਟੂਨਾਂ ਦਾ ਚਿੱਤਰਕਲਾ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ ਔਰ ਉਹਨਾਂ ਦੇ ਨਾਲ ਜਿਵੇਂ ਬੱਚਿਆਂ ਦੇ ਵਿੱਚ ਪੜ੍ਹਨ ਦੀ ਰੁਚੀ ਪੈਦਾ ਹੋਏਗੀ, ਉਸੇ ਤਰ੍ਹਾਂ ਬੱਚਿਆਂ ਨੂੰ ਖੁਦ ਕਾਰਟੂਨ ਬਣਾਉਣ ਦੀ ਜਿਹੜੀ ਹੈ ਉਹਦੇ ਅੰਦਰ ਰੁਚੀ ਪੈਦਾ ਹੋਏਗੀ। ਹੋ ਸਕਦਾ ਸਾਡੇ ਕੋਲੇ ਇਹ ਕਾਰਟੂਨ ਪੜ੍ਹ ਕੇ, ਇਹ ਕਾਰਟੂਨ ਨੂੰ ਵੇਖ ਕੇ ਸਾਡੇ ਪੰਜਾਬ ਦੇ ਆਪਣੇ ਬੱਚੇ ਨੇ ਜਿਹੜੇ ਉਹ ਬੜੇ ਅੱਛੇ ਆਰਟਿਸਟ ਦੇ ਤੌਰ ਤੇ ਸਾਡੇ ਸਾਹਮਣੇ ਆਣ ਔਰ ਆਪਣੀ ਕਲਾ ਦੇ ਖੇਤਰ ਦੇ ਵਿੱਚ ਆਪਣੀ ਵੱਖਰੀ ਪਛਾਣ ਹੈ ਜਿਹੜੀ ਉਹਨਾਂ ਦੀ ਬਣ ਕੇ ਸਾਡੇ ਸਾਹਮਣੇ ਆ ਸਕੇ। ਡਾਕਟਰ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਜਿਹੜੀ ਕੀਤੀ ਹੈ ਇੱਕ ਸੁਝਾਅ ਦੇ ਰੂਪ ਦੇ ਵਿੱਚ ਕਿ ਇਸ ਤਰ੍ਹਾਂ ਦਾ ਫਿਲਮਾਂਕਣ ਕੀਤਾ ਜਾਵੇ ਸਾਡੇ ਦੇਸ਼ ਭਗਤ ਜਿਹੜੇ ਹੋਏ ਨੇ, ਤਾਂ ਕਿ ਦੇਸ਼ ਭਗਤੀ ਦਾ ਜਜ਼ਬਾ ਵੀ ਬੱਚਿਆਂ 'ਚ ਪੈਦਾ ਹੋਵੇ। ਸੋ ਇਹ ਬਹੁਤ ਵਧੀਆ ਤੁਹਾਡਾ ਸੁਝਾਅ ਹੈ। ਔਰ ਪਿਆਰੇ ਦਰਸ਼ਕੋ, ਅਸੀਂ ਹੋਰ ਵੀ ਡਾਕਟਰ ਦਰਸ਼ਨ ਸਿੰਘ ਆਸ਼ਟ ਹੋਰਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਔਰ ਇਹਨਾਂ ਨੇ ਕਹਾਣੀਆਂ ਵੀ ਬਹੁਤ ਮਨੋਰੰਜਕ ਸੁਣਾਉਣੀਆਂ ਨੇ। ਸੋ ਕਿਤੇ ਨਾ ਜਾਇਓ, ਇਹ ਲਗਾਤਾਰ ਪੂਰੀ ਮੁਲਾਕਾਤ ਜ਼ਰੂਰ ਦੇਖਣਾ। ਮਿਲਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ। ਲਾਈਟ ਕੈਮਰਾ ਚੱਕ ਦਿਓ ਫੱਟੇ। ਬ੍ਰੇਕ ਤੋਂ ਬਾਅਦ ਪਿਆਰੇ ਦਰਸ਼ਕੋ, ਇਸ ਖਾਸ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮਹਿਮਾਨ ਨੇ ਡਾਕਟਰ ਦਰਸ਼ਨ ਸਿੰਘ ਆਸ਼ਟ, ਬਾਲ ਸਾਹਿਤ ਲੇਖਕ। ਡਾਕਟਰ ਸਾਹਿਬ, ਕਹਾਣੀਆਂ ਦਾ ਬੱਚਿਆਂ ਨਾਲ ਬਹੁਤ ਨੇੜਲਾ ਸੰਬੰਧ ਹੈ। ਬੜੇ ਸਵਾਦ ਨਾਲ ਬੱਚੇ ਕਹਾਣੀਆਂ ਸੁਣਦੇ ਨੇ। ਤੁਸੀਂ ਜਿਹੜੀਆਂ ਅਤੀਤ ਦੀਆਂ ਬੜੀਆਂ ਪਪੂਲਰ ਕਹਾਣੀਆਂ ਨੇ, ਲੋਕਪ੍ਰਿਯ ਕਹਾਣੀਆਂ ਨੇ, ਉਹਨਾਂ ਨੂੰ ਇੱਕ ਨਵੀਂ ਸ਼ਕਲ ਤੁਸੀਂ ਦਿੱਤੀ ਹੈ, ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ 'ਚ ਲਿਆਂਦਾ ਹੈ। ਉਹ ਕੁਝ ਇਸ ਤਰ੍ਹਾਂ ਦਾ ਤੁਹਾਡਾ ਜਿਹੜੀ ਕਾਵਿਸ਼ ਰਹੀ ਹੈ, ਕੋਸ਼ਿਸ਼ ਰਹੀ ਹੈ, ਉਹ ਉਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਾਣੀਆਂ ਨੂੰ ਜੋੜ ਕੇ? ਜੀ ਪਰਵਾਨਾ ਜੀ, ਜਦੋਂ ਅਸੀਂ ਬੱਚਿਆਂ ਦੀਆਂ ਕਹਾਣੀਆਂ ਦੀ ਗੱਲ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਕੋਈ ਜ਼ਮਾਨਾ ਸੀ ਜਦੋਂ ਅਸੀਂ ਆਪਣੇ ਦਾਦੇ ਪੜਦਾਦਿਆਂ ਕੋਲੋਂ ਭੂਤਾਂ ਪ੍ਰੇਤਾਂ ਦੀਆਂ, ਜਿਨ੍ਹਾਂ ਦੀਆਂ, ਰਾਖਸ਼ਾਂ ਦੀਆਂ ਔਰ ਇਸ ਤਰ੍ਹਾਂ ਦੀਆਂ ਪਰੀਆਂ ਦੀਆਂ ਕਹਾਣੀਆਂ ਸੁਣਦੇ ਆਏ ਹਾਂ। ਔਰ ਤੁਸੀਂ ਦੇਖੋ ਕਿ ਕਈ ਕਹਾਣੀਆਂ ਤਾਂ ਐਸੀਆਂ ਸਨ ਜੋ ਸਾਰੀ ਸਾਰੀ ਰਾਤ ਚੱਲਦੀਆਂ ਰਹਿੰਦੀਆਂ ਸੀ। ਅਲਫ ਲੈਲਾ ਦੀਆਂ ਕਹਾਣੀਆਂ ਸਾਰੀ ਰਾਤ ਚੱਲਦੀਆਂ ਰਹਿੰਦੀਆਂ। ਔਰ ਤੁਸੀਂ ਦੇਖੋਗੇ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਕੇ ਸੋਝੀ ਸੰਭਾਲਦਾ ਹੈ ਔਰ ਜਦੋਂ ਉਹ ਬਾਲ ਖੇਡਾਂ ਤੇ ਬਾਲ ਗੀਤਾਂ ਤੋਂ ਉੱਪਰ ਉੱਠਦਾ ਹੈ, ਫਿਰ ਉਹ ਮਾਂ ਦੇ ਕੋਲੋਂ, ਪਿਤਾ ਦੇ ਕੋਲੋਂ, ਦਾਦਾ ਦਾਦੀ ਕੋਲੋਂ ਕਹਾਣੀਆਂ ਸੁਣਨ ਦੀ ਤਵੱਕੋ ਰੱਖਦਾ ਹੈ। ਔਰ ਫਿਰ ਜਦੋਂ ਬੱਚਿਆਂ ਦੇ ਲਈ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਸਾਡੀ ਕਹਾਣੀ ਦੀ ਜਿਹੜੀ ਸ਼ੁਰੂਆਤ ਇੱਥੋਂ ਹੁੰਦੀ ਸੀ ਕਿ ਇੱਕ ਸੀ ਰਾਜਾ, ਇੱਕ ਸੀ ਰਾਣੀ। ਔਰ ਜਦੋਂ ਰਾਜਾ ਤੇ ਰਾਣੀ ਦੀ ਕਹਾਣੀ ਚੱਲਣੀ ਤਾਂ ਬੱਚਿਆਂ ਦੀ ਉਤਸੁਕਤਾ ਜਿਹੜੀ ਸੀ, ਜਿਗਿਆਸਾ ਸੀ, ਜੋ ਉਹ ਉਹਨਾਂ ਕਹਾਣੀਆਂ ਦੇ ਨਾਲ ਜੁੜ ਜਾਣੀ। ਤੇ ਕਹਾਣੀ ਖਤਮ ਵੀ ਇਸ ਤਰ੍ਹਾਂ ਹੁੰਦੀ ਸੀ, ਦੋਵੇਂ ਮਰ ਕੇ ਖਤਮ ਕਹਾਣੀ। ਬਿਲਕੁਲ, ਹਾਂ। ਸੋ ਉਹ ਕਹਾਣੀਆਂ ਦਾ ਜ਼ਮਾਨਾ ਸੀ, ਅੱਜ ਦੇ ਗਿਆਨ ਵਿਗਿਆਨ ਦੇ ਯੁੱਗ ਦੇ ਵਿੱਚ ਲੱਦ ਗਿਆ। ਅੱਜ ਸਾਡੇ ਬੱਚੇ ਉਹਨਾਂ ਪੁਰਾਣੀਆਂ ਜਿਹੜੀਆਂ ਸਾਡੀਆਂ ਕਹਾਣੀਆਂ ਸੀ ਉਹਨਾਂ ਨੂੰ ਛੱਡ ਆਏ ਪਿੱਛੇ। ਔਰ ਸਾਡੇ ਕੋਲ ਉਸ ਤੋਂ ਬਾਅਦ ਸਾਡੇ ਕੋਲੇ ਪੰਚਤੰਤਰ ਦੀਆਂ ਕਹਾਣੀਆਂ ਆਉਂਦੀਆਂ ਨੇ, ਈਸਪ ਦੀਆਂ ਕਹਾਣੀਆਂ ਆਉਂਦੀਆਂ ਨੇ। ਔਰ ਪਰਵਾਨਾ ਜੀ, ਜਿਹੜੀਆਂ ਤੁਸੀਂ ਦੱਸ ਰਹੇ ਹੋ ਕਿ ਮੈਂ ਨਵੇਂ ਅਰਥਾਂ ਦੇ ਵਿੱਚੋਂ ਉਹਨਾਂ ਕਹਾਣੀਆਂ ਨੂੰ ਢਾਲਿਆ, ਤੇ ਉਹ ਮਿਸਾਲ ਦੇ ਤੌਰ ਤੇ ਮੈਂ ਇੱਕ ਦੋ ਕਹਾਣੀਆਂ ਨੇ ਜਿਹੜੀਆਂ ਉਹ ਆਪਣੇ ਦਰਸ਼ਕਾਂ ਨਾਲ ਇਸ ਬਾਰੇ ਜ਼ਰੂਰ ਸਾਂਝੀਆਂ ਕਰਨੀਆਂ ਹਨ। ਸਾਡੇ ਕੋਲੇ ਬੜੀ ਪ੍ਰਸਿੱਧ ਕਹਾਣੀ ਹੈ ਲੂੰਬੜੀ ਹੈ ਤੇ ਅੰਗੂਰ ਖੱਟੇ ਨੇ। ਹਾਂ, ਔਰ ਬੜੀ ਪਾਪੂਲਰ, ਅਸੀਂ ਹੁਣ ਤੱਕ ਪੜ੍ਹਦੇ ਆਏ ਹਾਂ ਕਹਾਣੀ। ਇਹ ਸਾਡੇ ਬੱਚੇ ਪੜ੍ਹ ਰਹੇ ਨੇ, ਅੱਗੇ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਦੀਆਂ ਰਹੀਆਂ ਨੇ ਇਸ ਨੂੰ। ਔਰ ਉਹਦੇ ਵਿੱਚ ਇਹ ਹੈ ਕਿ ਜਦੋਂ ਲੂੰਬੜੀ ਹੈ ਅੰਗੂਰ ਤੋੜਨ ਲੱਗਦੀ ਹੈ ਤਾਂ ਉਹ ਅੰਗੂਰ ਉਹਦੀ ਪਹੁੰਚ ਵਿੱਚ ਨਹੀਂ ਹੁੰਦੇ ਔਰ ਇਹ ਕਹਿ ਕੇ ਉੱਥੋਂ ਚਲੀ ਜਾਂਦੀ ਹੈ ਕਿ ਇਹ ਅੰਗੂਰ ਤਾਂ ਖੱਟੇ ਨੇ। ਲੇਕਿਨ ਮੈਂ ਫਿਰ ਕੀ ਕੀਤਾ ਕਿ ਇਸ ਕਹਾਣੀ ਨੂੰ ਮੈਂ ਬਦਲ ਦਿੱਤਾ। ਇਹਦੇ ਵਿੱਚ ਇੱਕ ਮੈਂ ਨਵੀਂ ਤਬਦੀਲੀ ਲੈ ਕੇ ਆਇਆ, ਲਿਆਂਦੀ ਇਹਦੇ ਵਿੱਚ। ਮਿਸਾਲ ਦੇ ਤੌਰ ਤੇ ਜੰਗਲ ਦਾ ਇੱਕ ਪਾਰਕ ਹੈ, ਮਾਡਰਨ ਪਾਰਕ ਹੈ, ਔਰ ਉਹਦੇ ਵਿੱਚ ਲੂੰਬੜੀ ਤੇ ਉਹਦਾ ਜਿਹੜਾ ਬੱਚਾ ਹੈ ਉਹ ਵਿਚਰ ਰਹੇ ਨੇ। ਉਹ ਉੱਥੇ ਘੁੰਮਦੇ ਘੁੰਮਦੇ ਆਉਂਦੇ ਨੇ ਔਰ ਜਦੋਂ ਉਹਦਾ ਬੱਚਾ ਅੰਗੂਰਾਂ ਦੇ ਗੁੱਛੇ ਨੂੰ ਦੇਖਦਾ ਹੈ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ, ਮੈਨੂੰ ਇਹ ਅੰਗੂਰ ਤੋੜ ਕੇ ਦਿਓ। ਤਾਂ ਉਹਦੀ ਜਿਹੜੀ ਮਾਂ ਹੈ ਉਹ ਕਹਿੰਦੀ ਹੈ ਕਿ ਮੇਰੀ ਨਾਨੀ ਕੋਲੇ ਵੀ ਨਹੀਂ ਟੁੱਟੇ ਸੀ ਅੰਗੂਰ ਤੇ ਮੇਰੇ ਕੋਲੇ ਵੀ ਨਹੀਂ ਟੁੱਟ ਰਹੇ, ਨਾਲੇ ਬੇਟਾ ਇਹ ਤੂੰ ਦੇਖ ਨਹੀਂ ਰਿਹਾ ਕਿ ਖੱਟੇ ਅੰਗੂਰ ਨੇ,
ਮੈਂ ਤੈਨੂੰ ਕਿਤੇ ਬੜਾ ਮਾਲ ਖੁੱਲਿਆ ਹੈ ਆਪਣੇ ਜੰਗਲ ਦੇ ਵਿੱਚ, ਉੱਥੇ ਤੂੰ ਜੋ ਕਹੇਂਗਾ ਇਡਲੀ 버ਗਰ ਪੀਜ਼ਾ ਡੋਸਾ ਹਰ ਤਰ੍ਹਾਂ ਦੀ ਮੈਂ ਤੈਨੂੰ ਚੀਜ਼ ਖਵਾਉਣ ਲੱਗ, ਉੱਥੇ ਖਵਾ ਕੇ ਲੈ ਕੇ ਨਹੀਂ ਚੱਲ। ਪਰ ਬੱਚਾ ਕਿਉਂਕਿ ਮਾਡਰਨ ਯੁੱਗ ਦਾ ਵਿਦਿਆਰਥੀ ਆ, ਉਹ ਆਪਣੀ ਮਾਂ ਨੂੰ ਕਹਿੰਦਾ ਕਿ ਨਹੀਂ ਮਾਂ ਇਹ ਪੀਲੇ ਅੰਗੂਰ ਨੇ ਔਰ ਗੁੱਛਾ ਪੱਕਿਆ ਹੋਇਆ ਹੈ, ਇੱਕ ਮਿੱਠੇ ਹੋਣਗੇ ਪੱਕੇ, ਇਹ ਜ਼ਰੂਰ ਮਿੱਠੇ ਹੋਣਗੇ, ਤੁਸੀਂ ਇਸ ਤਰ੍ਹਾਂ ਕਰੋ ਕਿ ਹੇਠਾਂ ਬੈਠ ਜਾਓ। ਔਰ ਲੂੰਬੜੀ ਜਿਹੜੀ ਹੈ ਆਪਣੇ ਬੱਚੇ ਦੀ ਜ਼ਿੱਦ ਕਰਕੇ ਉਹ ਹੇਠਾਂ ਬੈਠ ਜਾਂਦੀ ਹੈ ਤੇ ਉਸ ਤੋਂ ਬਾਅਦ ਬੱਚਾ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਹੁਣ ਤੁਸੀਂ ਖੜੇ ਹੋ ਜਾਓ। ਔਰ ਜਦੋਂ ਲੂੰਬੜੀ ਖੜੀ ਹੁੰਦੀ ਹੈ ਤਾਂ ਬੱਚਾ ਉਹਦੇ ਮੋਢਿਆਂ ਦੇ ਉੱਪਰ ਹੈ ਜੋ ਉਹ ਖੜਾ ਹੋ ਜਾਂਦਾ ਹੈ ਔਰ ਫਿਰ ਉਸ ਬੱਚੇ ਦਾ ਹੱਥ ਇੱਕ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਨੂੰ ਹੱਥ ਪੈ ਜਾਂਦਾ ਹੈ। ਉਹ ਅੰਗੂਰਾਂ ਦਾ ਗੁੱਛਾ ਤੋੜ ਕੇ ਆਪਣੀ ਮਾਂ ਦੇ ਮੂੰਹ ਵਿੱਚ ਪਾਉਂਦਾ ਹੈ ਕਿ ਮਾਂ ਇਹ ਅੰਗੂਰ ਖੱਟੇ ਨੇ ਜਾਂ ਮਿੱਠੇ ਨੇ, ਹੁਣ ਦੱਸੋ। ਫਿਰ ਉਹਦੀ ਮਾਂ ਆਖਦੀ ਹੈ ਕਿ ਨਾਨੀ ਜੀ ਲਈ ਵੀ ਅੰਗੂਰ ਖੱਟੇ ਸੀ, ਇਹ ਮੇਰੇ ਲਈ ਵੀ ਖੱਟੇ ਸੀ, ਪਰ ਤੇਰੀ ਚੜ੍ਹਦੀ ਕਲਾ ਵਾਲੀ ਸੋਚ ਨੇ, ਤੇਰੀ ਪੋਜ਼ਿਟਿਵ ਸੋਚ ਨੇ ਇਹ ਖੱਟੇ ਅੰਗੂਰ ਸੀ ਜਿਹੜੇ ਇਹਨਾਂ ਨੂੰ ਮਿੱਠੇ ਬਣਾ ਦਿੱਤੇ। ਸੋ ਸਾਨੂੰ ਇਸ ਤਰ੍ਹਾਂ ਦੀ ਪੋਜ਼ਿਟਿਵ ਸੋਚ, ਉਸਾਰੂ ਸੋਚ ਰੱਖਣੀ ਚਾਹੀਦੀ ਹੈ ਤੇ ਸਾਨੂੰ ਇਹ ਕਹਿ ਕੇ ਕੋਈ ਵੀ ਕੰਮ ਹੈ ਜਿਹੜਾ ਉਹ ਛੱਡ ਨਹੀਂ ਦੇਣਾ ਚਾਹੀਦਾ ਕਿ ਇਹ ਅੰਗੂਰ ਖੱਟੇ ਨੇ। ਉਸ ਆਪਣੇ ਕੰਮ ਨੂੰ ਮੰਜ਼ਿਲ ਤੱਕ ਅੱਪੜਨ ਲਈ ਹਰ ਪੂਰੀ ਕੋਸ਼ਿਸ਼, ਪੂਰੀ ਵਾਹ ਜਿਹੜੀ ਉਹ ਲਾਣੀ ਚਾਹੀਦੀ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਮੈਂ ਸਮਝਦਾ ਕਿ ਚੜ੍ਹਦੀ ਕਲਾ ਵਾਲੇ ਜਿਹੜੇ ਮੈਸੇਜ ਨੇ ਉਹ ਸਾਡੇ ਬੱਚਿਆਂ ਦੀਆਂ ਕਹਾਣੀਆਂ ਦੇ ਵਿੱਚ ਆਉਣੇ ਚਾਹੀਦੇ ਨੇ, ਤਾਂ ਜੋ ਬੱਚਿਆਂ ਦੇ ਅੰਦਰ ਇੱਕ ਜਾਗਰਤੀ ਪੈਦਾ ਕਰੇ, ਇੱਕ ਉਤਸ਼ਾਹ ਪੈਦਾ ਕਰੇ, ਇੱਕ ਨਵੀਂ ਰੋਸ਼ਨੀ ਪੈਦਾ ਕਰੇ ਔਰ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਵੱਲ ਜਾਣ ਵਾਲਾ ਨਾਇਕ ਹੈ ਜਿਹੜਾ ਉਹ ਬਣਾਵੇ। ਇਹ ਹੀ ਜਿਹੜੀਆਂ ਕਹਾਣੀਆਂ ਨੇ ਸਾਡੀਆਂ ਬੱਚਿਆਂ ਦੀਆਂ, ਉਹਨਾਂ ਦਾ ਇਹੀ ਮਨੋਰਥ ਹੋਣਾ ਚਾਹੀਦਾ ਹੈ, ਇਹੀ ਉਹਨਾਂ ਦਾ ਉਦੇਸ਼ ਹੋਣਾ ਚਾਹੀਦਾ ਜੀ। ਬਹੁਤ ਵਧੀਆ ਜੀ। ਹਿੰਮਤ ਮਰਦਾਂ ਮਦਦ ਖੁਦਾ ਹੁੰਦਾ ਹੈ ਔਰ ਕੋਈ ਵੀ ਕੰਮ ਜਿਹੜਾ ਨਾ ਕਦੇ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਲੋ ਜੀ ਇਹ ਤੇ ਕੰਮ ਅਸੰਭਵ ਹੈ। ਉਹ ਇੰਪੋਸੀਬਲ ਸ਼ਬਦ ਹੈ ਨਾ, ਉਹ ਆਪਣੇ ਆਪ 'ਚ ਹੀ ਹੈ, ਆਈ ਐਮ ਪੋਸੀਬਲ। ਸੋ ਕੋਈ ਵੀ ਕੰਮ ਔਖਾ ਨਹੀਂ ਹੈ, ਤੁਸੀਂ ਹਿੰਮਤ ਮਾਰੋ, ਤਰੱਦਦ ਕਰੋ ਤੇ ਸਭ ਕੰਮ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਂਦੇ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਤੁਹਾਨੂੰ ਕਿ ਜਿਹੜੀਆਂ ਸਾਡੀਆਂ ਕਹਾਣੀਆਂ ਨੇ ਨਾ, ਹਰ ਇੱਕ ਕਹਾਣੀ ਦੇ ਵਿੱਚ ਇੱਕ ਸੰਦੇਸ਼, ਇੱਕ ਪੈਗਾਮ, ਇੱਕ ਸੁਨੇਹਾ ਛੁਪਿਆ ਹੋਇਆ ਹੁੰਦਾ ਹੈ ਔਰ ਕਹਾਣੀ ਉਹੀ ਸਫਲ ਹੈ ਜਿਹਦੇ ਵਿੱਚ ਬੱਚਿਆਂ ਲਈ ਉਸਾਰੂ ਸੁਨੇਹਾ ਜਿਹੜਾ ਉਹ ਮਿਲਦਾ ਹੋਵੇ। ਸਾਡੇ ਕੋਲੇ ਪੰਚਤੰਤਰ ਦੀਆਂ ਕਹਾਣੀਆਂ ਦਾ ਭੰਡਾਰ ਹੈ। ਹੁਣ ਅਸੀਂ ਕਿੰਨੀਆਂ ਕਹਾਣੀਆਂ ਪੜ੍ਹਦੇ ਹਾਂ, ਮਿਸਾਲ ਦੇ ਤੌਰ ਤੇ ਸਾਡੇ ਕੋਲੇ ਬਘਿਆੜ ਤੇ ਲੇਲੇ ਵਾਲੀ ਕਹਾਣੀ ਹੈ ਔਰ ਅਸੀਂ ਪੜ੍ਹਦੇ ਹਾਂ ਕਹਾਣੀਆਂ ਕਿ ਇੱਕ ਲੇਲਾ ਆਉਂਦਾ ਹੈ ਤੇ ਉਹ ਨਦੀ ਦੇ ਉੱਪਰ ਪਾਣੀ ਪੀਣ ਵਾਸਤੇ ਆਉਂਦਾ ਹੈ। ਇਹਨਾਂ ਨੂੰ ਦੂਰੋਂ ਇੱਕ ਬਘਿਆੜ ਦੀ ਨਜ਼ਰ ਉਸ ਲੇਲੇ ਤੇ ਪੈਂਦੀ ਹੈ ਤੇ ਉਹ ਦੌੜ ਕੇ ਉਹਦੇ ਨੇੜੇ ਆਉਂਦਾ ਹੈ ਔਰ ਖੁਦ ਵੀ ਉਹ ਪਾਣੀ ਪੀਣ ਦਾ ਪਹਿਲਾਂ ਨਾਟਕ ਕਰਦਾ ਹੈ ਤਾਂ ਜੋ ਉਹ ਲੇਲੇ ਦੇ ਨੇੜੇ ਜਾ ਸਕੇ। ਔਰ ਜਦੋਂ ਉਸ ਨੂੰ ਕਹਿੰਦਾ ਹੈ, ਜਦੋਂ ਹੋਰ ਨਜ਼ਦੀਕ ਆ ਜਾਂਦਾ ਹੈ, ਉਹ ਕਹਿੰਦਾ ਓਏ ਲੇਲਿਆ ਇਹ ਤੂੰ ਪਾਣੀ ਝੂਠਾ ਕਰ ਰਿਹਾ ਹੈ। ਤਾਂ ਲੇਲਾ ਬੜੀ ਨਿਮਰਤਾ ਦੇ ਨਾਲ ਹੱਥ ਬੰਨ੍ਹ ਕੇ ਕਹਿੰਦਾ ਹੈ ਕਿ ਨਹੀਂ ਅੰਕਲ ਜੀ ਇਹ ਝੂਠਾ ਪਾਣੀ ਕਿਵੇਂ ਹੋ ਗਿਆ, ਇਹ ਤੇ ਤੁਹਾਡੇ ਵੱਲੋਂ ਆ ਰਿਹਾ ਹੈ, ਤੁਹਾਡੇ ਵੱਲੋਂ ਮੇਰੇ ਵਾਲੇ ਪਾਸੇ ਆ ਰਿਹਾ ਹੈ। ਝੂਠਾ ਤੇ ਤਾਂ ਹੁੰਦਾ ਜੀ ਮੇਰੇ ਵਾਲੇ ਪਾਸੇ, ਤੁਹਾਡੇ ਵਾਲੇ ਪਾਸੇ ਆਉਂਦਾ ਹੈ। ਔਰ ਬਘਿਆੜ ਜਿਹੜਾ ਦੇਖਦਾ ਹੈ ਕਿ ਇਹ ਮੇਰੇ ਛੇਤੀ ਕਾਬੂ ਆਉਣ ਵਾਲਾ ਨਹੀਂ ਹੈ, ਫਿਰ ਬਘਿਆੜ ਇੱਕ ਹੋਰ ਚਾਲ ਚੱਲਦਾ ਹੈ। ਉਸ ਨੂੰ ਕਹਿੰਦਾ ਉਹ ਤੂੰ ਗੱਲ ਸੁਣ, ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸੀ। ਤਾਂ ਜਿਹੜਾ ਲੇਲਾ ਹੈ ਉਹ ਫੇਰ ਕਹਿੰਦਾ ਕਿ ਅੰਕਲ ਜੀ ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸੀ, ਮੇਰੀ ਤਾਂ ਉਮਰ 6 ਮਹੀਨੇ ਦੀ ਹੈ ਜੀ ਤੇ ਹਾਲੇ ਮੈਂ ਉਸ ਵੇਲੇ ਤੁਸੀਂ ਗਲਤ ਕਹਿ ਰਹੇ ਹੋ। ਤੇ ਬਘਿਆੜ ਸੋਚਦਾ ਹੈ ਕਿ ਨਹੀਂ ਇਹ ਬੜਾ ਕਾਬੂ ਨਹੀਂ ਆਉਣ ਵਾਲਾ, ਇਹ ਲੱਗਦਾ ਬੜਾ ਚੁਸਤ ਚਲਾਕ ਹੋ ਗਿਆ। ਔਰ ਜਿਹੜਾ ਬਘਿਆੜ ਹੈ ਉਹ ਉਸ ਨੂੰ ਆਪਣੀ ਸਾਜ਼ਿਸ਼ ਦੇ ਵਿੱਚ, ਆਪਣੇ ਚੁੰਗਲ 'ਚ ਫਸਾਉਣ ਵਾਸਤੇ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਔਰ ਜਦੋਂ ਨੇੜੇ ਆ ਕੇ ਉਸ ਤੇ ਝਪੱਟਾ ਮਾਰਦਾ ਇੱਕ ਤਰ੍ਹਾਂ ਦਾ, ਉਸ ਤੇ ਹਮਲਾ ਕਰਦਾ ਹੈ ਤਾਂ ਜਿਹੜਾ ਲੇਲਾ ਹੈ ਉਹ 3-4 ਆਪਣੇ ਜਿਹੜੇ ਦੁਲੱਤੇ ਨੇ ਉਹ ਬਘਿਆੜ ਦੇ ਮੂੰਹ ਤੇ ਮਾਰ ਕੇ ਇਹ ਕਹਿ ਕੇ ਦੌੜ ਜਾਂਦਾ ਹੈ ਕਿ ਮੈਂ ਪਹਿਲਾਂ ਵਾਲਾ ਲੇਲਾ ਨਹੀਂ ਰਿਹਾ, ਮੈਂ ਜੂਡੋ ਕਰਾਟੇ ਸਿੱਖ ਲਏ ਨੇ। ਸੋ ਕਹਿਣ ਦਾ ਮਤਲਬ ਆਪਣੀ ਡਿਫੈਂਸ ਵਾਸਤੇ, ਆਪਣੀ ਸੁਰੱਖਿਆ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਸਾਧਨ ਨੇ ਆਪਣੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਔਰ ਜਿਹੜੀਆਂ ਸਾਡੀਆਂ ਕਹਾਣੀਆਂ ਨੇ ਉਹ ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰੇਰਣਾ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਨੇ ਕਿ ਉਹਨੂੰ ਸੰਕਟ ਦੇ ਵਿੱਚੋਂ ਉਸਨੇ ਕਿਵੇਂ ਨਿਕਲਣਾ ਹੈ, ਮੁਸੀਬਤ ਦਾ ਉਸਨੇ ਕਿਵੇਂ ਸਾਹਮਣਾ ਕਰਨਾ ਹੈ ਔਰ ਕਿਸ ਤਰ੍ਹਾਂ ਉਸਨੇ ਆਪਣੇ ਬਚਾਅ ਪੱਖ ਵਾਸਤੇ ਕਿਸ ਤਰ੍ਹਾਂ ਦੀ ਜਿਹੜੀ ਆਪਣੀ ਜਿਹਨੂੰ ਅਸੀਂ ਕਹੀਏ ਹਾਜ਼ਰ ਦਿਮਾਗੀ ਦੇ ਨਾਲ ਕੰਮ ਕਰਨਾ ਹੈ। ਇਹੀ ਬੱਚਿਆਂ ਦੀਆਂ ਕਹਾਣੀਆਂ ਦਾ ਮਨੋਰਥ ਹੈ ਔਰ ਇਹ ਮਨੋਰਥ ਹੈ ਜਿਹੜਾ ਉਹ ਤਦੇ ਕਾਮਯਾਬ ਹੋ ਸਕਦਾ ਹੈ ਜੇਕਰ ਸਾਡੇ ਸਾਹਿਤਕਾਰ, ਸਾਡੇ ਲੇਖਕ ਵੀਰ ਨੇ ਜਿਹੜੇ ਉਹ ਬੱਚਿਆਂ ਲਈ ਉਸਾਰੂ ਸੋਚ ਹੈ ਜਿਹੜੀ ਆਪਣੀਆਂ ਕਹਾਣੀਆਂ ਦੇ ਵਿੱਚ ਪੈਦਾ ਕਰਨ ਜੀ। ਬਿਲਕੁਲ ਵਾਹ ਵਾਹ ਡਾਕਟਰ ਸਾਹਿਬ, ਕਮਾਲ। ਇਹ ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ, ਕਵਿਤਾ, ਕਹਾਣੀ, ਕਾਰਟੂਨ ਵਾਲੀ, ਨਿਸ਼ਚਿਤ ਤੌਰ ਤੇ ਸਾਡੇ ਦਰਸ਼ਕਾਂ ਨੂੰ ਇਹ ਬਹੁਤ ਪਸੰਦ ਆਏਗੀ। ਇਹ ਗੱਲਬਾਤ ਉਹਨਾਂ ਨੂੰ ਬੜੀ ਰੋਚਕ ਲੱਗੇਗੀ। ਆਖਿਰ ਦੇ ਵਿੱਚ ਮਾਪਿਆਂ ਲਈ, ਬੱਚਿਆਂ ਲਈ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ
ਕੀ ਕਹਿਣਾ ਚਾਹੋਗੇ ਤਾਂ ਇੱਕ ਸੰਦੇਸ਼ ਦੇ ਤੌਰ ਤੇ ਅਜੋਕੇ ਮਾਹੌਲ ਨੂੰ ਦੇਖਦੇ ਹੋਏ? ਜੀ ਮੈਂ ਸਮਝਦਾ ਕਿ ਜਿਹੜੇ ਸਾਡੇ ਬੱਚੇ ਨੇ ਅੱਜ ਬਹੁਤ ਚੇਤਨ ਨੇ, ਸਾਡੇ ਬੱਚੇ ਬੜੇ ਸਿਆਣੇ ਬਣ ਚੁੱਕੇ ਨੇ ਪਹਿਲਾਂ ਵਾਲੇ ਯੁੱਗ ਦੇ ਨਾਲੋਂ, ਔਰ ਮਾਪਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬੜੇ ਮਹਿੰਗੇ ਤੋਹਫੇ ਲੈ ਕੇ ਦਿੰਦੇ ਹਾਂ, ਲੇਕਿਨ ਉਹ ਜਿਹੜੇ ਤੋਹਫੇ ਨੇ 2-4 ਦਿਨਾਂ ਬਾਅਦ ਟੁੱਟ ਭੱਜ ਜਾਂਦੇ ਨੇ। ਸਾਡੇ ਬੱਚਿਆਂ ਵਿੱਚ ਚੰਗੀਆਂ ਮੋਰਲ ਵੈਲਿਊਜ਼ ਨੇ ਜਿਹੜੀਆਂ ਕਦਰਾਂ ਕੀਮਤਾਂ ਪੈਦਾ ਕਰਨ ਵਾਸਤੇ ਜ਼ਰੂਰੀ ਹੈ। ਉਹਨਾਂ ਨੂੰ ਚੰਗੀਆਂ ਪੁਸਤਕਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਜੋੜੀਏ, ਚੰਗੀਆਂ ਪੁਸਤਕ ਪ੍ਰਦਰਸ਼ਨੀਆਂ ਦੇ ਵਿੱਚ ਲੈ ਕੇ ਜਾਈਏ ਔਰ ਉਹਨਾਂ ਨੂੰ ਇਸ ਤਰ੍ਹਾਂ ਦੀ ਸਮੱਗਰੀ ਪ੍ਰਦਾਨ ਕਰੀਏ ਜਿਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਦਾ ਜਿਹੜਾ ਸਾਡਾ ਮੈਂ ਸਮਝਦਾ ਕਿ ਚੰਗੇ ਨਾਗਰਿਕ ਬਣ ਕੇ ਸਾਡੇ ਸਾਹਮਣੇ ਆਣ, ਉਹਨਾਂ ਦਾ ਜੋ ਸੁਹਜ ਸੁਆਦ ਹੈ ਉਹ ਚੰਗੇ ਪਾਸੇ ਵੱਲ ਜਾਵੇ। ਜਦੋਂ ਬੱਚਿਆਂ ਨੂੰ ਚੰਗਾ ਸਾਹਿਤ ਮਿਲੇਗਾ, ਚੰਗੀ ਉਹਨਾਂ ਨੂੰ ਸਮੱਗਰੀ ਮਿਲੇਗੀ ਤਾਂ ਯਕੀਨਨ ਸਾਡੇ ਬੱਚੇ ਆਉਣ ਵਾਲੇ ਸਾਡੇ ਦੇਸ਼ ਦਾ ਜੋ ਹੈ ਮੈਂ ਸਮਝਦਾ ਮਾਣ ਬਣਨਗੇ, ਸਾਡੇ ਦੇਸ਼ ਦੀ ਐਸੀ ਬੁਨਿਆਦ ਬਣਨਗੇ ਜਿਹਦੇ ਉੱਪਰ ਸਾਨੂੰ ਫਖਰ ਹੋਏਗਾ, ਸਾਨੂੰ ਮਾਣ ਹੋਏਗਾ। ਇਸ ਮੇਰੇ ਸੁਨੇਹੇ ਨੂੰ ਸਾਡੀ ਨਵੀਂ ਪੀੜ੍ਹੀ ਹੈ ਉਹ ਪ੍ਰਵਾਨ ਕਰੇਗੀ, ਜ਼ਰੂਰ ਪ੍ਰਵਾਨ ਕਰੇਗੀ ਜੀ। ਔਰ ਜਿਹੜੀ ਚੰਗੀ ਚੀਜ਼ ਹੈ, ਚੰਗੀ ਗੱਲ ਹੈ, ਉਸ ਨੂੰ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ। ਸੋ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ, ਤੁਸੀਂ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਖਾਸ ਮੁਲਾਕਾਤ ਲਈ ਆਏ, ਬਹੁਤ ਵਧੀਆ ਗੱਲਾਂ ਕੀਤੀਆਂ ਨੇ। ਸੋ ਅਸੀਂ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਟਾਈਮ ਟੀਵੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ तमाम ਦਰਸ਼ਕਾਂ ਦਾ ਵੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਇਹ ਸੀ ਸਾਡਾ ਵਿਸ਼ੇਸ਼ ਪ੍ਰੋਗਰਾਮ ਖਾਸ ਮੁਲਾਕਾਤ ਡਾਕਟਰ ਦਰਸ਼ਨ ਸਿੰਘ ਆਸ਼ਟ ਹੋਰਾਂ ਨਾਲ। ਲਗਾਤਾਰ ਦੇਖਦੇ ਰਹੋ ਖਾਸ ਮੁਲਾਕਾਤ ਹਰ ਐਤਵਾਰ ਦੁਪਹਿਰ 3:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਵੀਰਵਾਰ ਦੁਪਹਿਰ 2 ਵਜੇ ਸਿਰਫ ਚੜ੍ਹਦੀ ਕਲਾ ਟਾਈਮ ਟੀਵੀ ਤੇ। ਇਸ ਦੇ ਨਾਲ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। खास मुलाकात।